ਮੈਂ ਫਲਜਿੰਦਰ ਰਤੂ ਤੇ ਤੁਸੀਂ ਦੇਖ ਰਹੇ ਹੋ ਫੈਨ ਅੰਬੇਡਕਰ ਟੀਵੀ। ਅੱਜ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਕਿ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਅੱਜ ਨਗਰ ਨਿਗਮ ਮੇਅਰ ਦੇ ਘਰ ਦਾ ਘਿਰਾਓ ਕੀਤਾ ਗਿਆ ਆ ਔਰ ਇਸ ਮੌਕੇ ਪ੍ਰਧਾਨ ਅਰੁਣ ਭੱਟੀ ਜੀ ਉਹ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ। ਅਰੁਣ ਜੀ, ਕੀ ਮਾਮਲਾ ਹੈ ਇਹ ਸਾਰਾ ਜੋ ਅੱਜ ਘਿਰਾਓ ਕੀਤਾ ਗਿਆ ਔਰ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ? ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੈ ਭੀਮ। ਅੱਜ ਮੈਂ ਅਰੁਣ ਭੱਟੀ ਪ੍ਰਧਾਨ ਸਫਾਈ ਮਜ਼ਦੂਰ ਫੈਡਰੇਸ਼ਨ ਜੀ ਤੇ ਇਹ ਜਿਹੜਾ ਧਰਨਾ ਵਾ ਇਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਹੋਣ ਦੇ ਸੰਬੰਧ ਦੇ ਵਿੱਚ ਲਾਇਆ ਜਾ ਰਿਹਾ ਵਾ ਵੀ ਕਾਫੀ ਸਾਲਾਂ ਤੋਂ ਜਿਹੜੇ ਸਾਡੇ ਮੁਲਾਜ਼ਮ ਹੈ ਇਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ, ਕੱਚੇ ਹੀ ਹੈ ਤੇ ਇਹਨਾਂ ਦਾ ਸ਼ੋਸ਼ਣ ਬਹੁਤ ਬੁਰੀ ਤਰੀਕੇ ਨਾਲ ਕਾਰਪੋਰੇਸ਼ਨ ਕਰ ਰਹੀ ਹੈ। ਕਿੰਨੀ ਦੇਰ ਹੋ ਚੁੱਕੀ ਕੱਚਿਆਂ ਨੂੰ? ਮੇਰੇ ਕੋਲ ਕੁਝ ਇੱਦਾਂ ਦੇ ਵੀ ਕੇਸ ਹੈ ਜਿਨ੍ਹਾਂ ਨੂੰ 32 ਸਾਲ ਹੋ ਗਏ ਆ। ਜਿਹੜਾ ਤਾਂ ਗੋਡੇ ਲਾ ਕੇ ਜਿਹੜਾ ਚਮਚਾਗਿਰੀ ਕਰ ਲੈਂਦਾ ਸਰਕਾਰਾਂ ਦੀ, ਉਹ ਤਾਂ ਕਿਤੇ ਮਾੜਾ ਮੋਟਾ ਪੱਕਾ ਕਰ ਦਿੰਦੇ ਆ। 1992 ਦੇ ਵਿੱਚ ਪੱਕੇ ਹੋਏ ਸੀਗੇ ਜੀ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਮੁਲਾਜ਼ਮ ਹੈ। ਉਸ ਤੋਂ ਬਾਅਦ 2012 ਦੇ ਵਿੱਚ ਕੁਝ ਕੁ ਮੁਲਾਜ਼ਮ ਪੱਕੇ ਕੀਤੇ ਸੀ ਜਿਹੜੇ ਕਿ ਨੇਤਾਵਾਂ ਦੀ ਚਮਚਾਗਿਰੀ ਕਰਦੇ ਸੀਗੇ ਤੇ ਹੁਣ ਉਸ ਤੋਂ ਬਾਅਦ ਕੋਈ ਮੁਲਾਜ਼ਮ ਪੱਕਾ ਨਹੀਂ ਹੋਇਆ। ਲੋਕਾਂ ਦੇ ਜੁਬਾੜੇ ਦੰਦ ਤੱਕ ਨਿਕਲ ਗਏ ਹੋਏ ਆ, ਉਹਨਾਂ ਦੇ ਕਈ ਤਾਂ ਮਰ ਹੀ ਗਏ ਆ ਪਰ ਲੇਕਿਨ ਉਹਨਾਂ ਨੂੰ ਅੱਜ ਤੱਕ ਪੱਕਾ ਨਹੀਂ ਕੀਤਾ ਗਿਆ। ਹਰਿਆਣਾ ਸੂਬਾ ਇੱਥੋਂ 100 ਕਿਲੋਮੀਟਰ ਆ, ਉੱਥੇ 18,600 ਰੁਪਏ ਤਨਖਾਹ ਦਿੱਲੀ ਦੇ ਵਿੱਚ ਵੀ ਮਿਲਦੀ ਹੈ ਤੇ ਇਹ ਜਿਹੜਾ ਪੰਜਾਬ ਇੱਥੇ 7200 ਰੁਪਏ ਤਨਖਾਹ ਮਿਲਦੀ ਹੈ, ਜਿਹਦੇ ਵਿੱਚ PF ਵੀ ਜਿਹੜਾ ਵਾ 2012 ਤੋਂ ਇਹ PF ਕੱਟਣਾ ਸ਼ੁਰੂ ਕੀਤਾ ਇਹਨਾਂ ਲੋਕਾਂ ਨੇ ਤੇ 2012 ਤੋਂ ਤੁਸੀਂ ਲਾ ਲਓ ਕਿ ਆ 9 ਸਾਲ ਹੋ ਗਏ। 9 ਸਾਲਾਂ ਦੇ ਵਿੱਚ PF ਜੇ 2000 ਦੇ ਹਿਸਾਬ ਨਾਲ ਕੱਟੇ ਜਾਂਦਾ ਵਾ ਸ਼੍ਰੀਮਾਨ ਜੀ ਤੇ ਬਹੁਤ ਪੈਸਾ ਹੋ ਜਾਂਦਾ ਵਾ ਉਹਨਾਂ ਮੁਲਾਜ਼ਮਾਂ ਦਾ। 1.5 ਲੱਖ ਦੇ ਕਰੀਬ ਹੁੰਦਾ ਤੇ ਉੱਥੇ ਉਹ ਸ਼ੋਅ ਪਤਾ ਕਿੰਨਾ ਕਰ ਰਿਹਾ? 12,000 14,000। ਇਹ ਹਜ਼ਾਰਾਂ ਕਰੋੜਾਂ ਲੱਖਾਂ ਰੁਪਈਆ ਇਹ ਕਿੱਥੇ ਗਿਆ? ਇਹਨਾਂ ਦੀ ਮਿਲੀ ਭਗਤ ਦੇ ਨਾਲ ਇਹ ਚੋਰ ਸਰਕਾਰ ਹੈ ਜਿਹੜੀ ਇਹ ਕਰ ਰਹੀ ਹੈ ਜੀ। ਔਰ ਜਿਸ ਤਰੀਕੇ ਤੁਸੀਂ ਕਿਹਾ ਕਿ ਕਈ ਮੁਲਾਜ਼ਮ ਮਰ ਵੀ ਜਾਂਦੇ, ਜਿੱਦਾਂ ਸੀਵਰੇਜ ਦੇ ਵਿੱਚ ਜਿਨ੍ਹਾਂ ਦੀ ਮੌਤ ਹੁੰਦੀ ਆ ਜਾਂ ਕੋਈ ਡਿਊਟੀ ਟਾਈਮ ਮਰਦਾ, ਉਹਨਾਂ ਲਈ ਕੀ ਕਾਰਪੋਰੇਸ਼ਨ ਵੱਲੋਂ ਕੀ ਉਹਨਾਂ ਲਈ ਯੋਜਨਾ ਬਣਾਈਆਂ ਗਈਆਂ? ਬਿਲਕੁਲ ਜੀ, ਕੋਈ ਯੋਜਨਾ ਨਹੀਂ ਹੈ। ਪਹਿਲੇ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਜਿਹੜੇ ਕਿ ਮੁਲਾਜ਼ਮ ਮਰ ਜਾਂਦੇ ਆ, ਮ੍ਰਿਤਕ ਮੁਲਾਜ਼ਮ, ਸਾਡੀ ਇਸ ਮੰਗ ਪੱਤਰ ਦੇ ਵਿੱਚ ਵੀ ਉਹਨਾਂ ਦਾ ਵੇਰਵਾ ਪਾਇਆ। ਮ੍ਰਿਤਕ ਮੁਲਾਜ਼ਮ ਲਈ ਨਾ ਤਾਂ ਕੋਈ ਇੱਥੇ ਸੇਫਟੀ ਕਿੱਟ ਹੈ ਜਿਹੜਾ ਗਟਰ ਦੇ ਵਿੱਚ ਜਾ ਰਿਹਾ ਵਾ, ਉਹ ਤਾਂ ਮਰਨ ਲਈ ਛੱਡਿਆ ਹੋਇਆ, ਮਤਲਬ ਉਹਨਾਂ ਲਈ ਮਰਜ਼ੀ ਜੀਜੇ ਨਾ, ਉਹਨੂੰ ਕੋਈ ਨੌਕਰੀ ਨਾ ਕੋਈ ਲੈਣਾ ਨਾ ਕੋਈ ਦੇਣਾ। ਦਿੱਲੀ ਦੇ ਵਿੱਚ ਕੇਜਰੀਵਾਲ ਨੇ ਹੁਣ ਪਿੱਛੇ ਖਬਰ ਸੁਣੀ ਸੀ ਵੀ ਕਹਿੰਦੇ ਵੀ 1 ਕਰੋੜ ਰੁਪਈਆ ਉਹਨੇ ਕਰਤਾ ਤੇ ਵੀ ਜਿਹੜੇ ਮ੍ਰਿਤਕ ਮੁਲਾਜ਼ਮ ਨੂੰ ਮੌਤ ਤੋਂ ਬਾਅਦ ਅਸੀਂ ਵੀ ਇੱਥੇ ਇਹ ਅਮੈਂਡਮੈਂਟ ਕਰਵਾਉਣਾ ਵਾ ਸਰਕਾਰ ਤੋਂ ਵੀ 1 ਕਰੋੜ ਜਿਹੜਾ ਵਾ ਸਫਾਈ ਕਰਮਚਾਰੀ ਸੀਵਰਮੈਨ ਔਨ ਡਿਊਟੀ ਜੇ ਕਿਤੇ ਮਰ ਜਾਂਦਾ ਵਾ ਤੇ ਉਹਨੂੰ 1 ਕਰੋੜ ਰੁਪਏ ਦੀ ਜਿਹੜੀ ਮਾਲੀ ਸਹਾਇਤਾ ਵਾ ਉਹ ਸਰਕਾਰ ਵੱਲੋਂ ਕੀਤੀ ਜਾਵੇ ਜੀ। ਔਰ ਅੱਜ ਦੀ ਜੇ ਗੱਲ ਕਰੀਏ, ਅੱਜ ਤੁਸੀਂ ਇੱਥੇ ਧਰਨਾ ਦੇ ਰਹੇ ਹੋ ਆਪਣੇ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ, ਨਾਲ ਤੁਹਾਡੇ ਆਜ਼ਾਦ ਸਮਾਜ ਪਾਰਟੀ ਔਰ ਭੀਮ ਆਰਮੀ ਵੀ ਸਾਥੀ ਪਹੁੰਚੇ ਆ। ਕੀ ਲੱਗਦਾ ਇਸ ਤੋਂ ਪਹਿਲਾਂ ਤੁਸੀਂ ਕੋਈ ਮੰਗ ਪੱਤਰ ਦਿੱਤੇ ਜਾਂ ਕੋਈ ਪਹਿਲਾਂ ਇਹਨਾਂ ਨੂੰ ਅਲਟੀਮੇਟਮ ਦਿੱਤਾ ਕਿ ਕੋਠੀ ਦਾ ਘਿਰਾਓ ਕੀਤਾ ਜਾਵੇ? ਬਿਲਕੁਲ ਜੀ, ਸਾਡਾ ਇੱਕ ਮੰਗ ਪੱਤਰ ਤੁਸੀਂ ਦੇਖਿਆ ਹੋਣਾ ਪਿੱਛੇ 1.5 ਮਹੀਨੇ ਪਹਿਲਾਂ ਅਸੀਂ ਮੰਗ ਪੱਤਰ ਦਿੱਤਾ ਸੀ। ਉਸ ਤੋਂ ਬਾਅਦ ਉਹਨੂੰ ਯਾਦ ਪੱਤਰ, ਚੇਤਾਵਨੀ ਪੱਤਰ, ਉਸ ਤੋਂ ਪਹਿਲਾਂ ਵੀ ਸਾਲਾਂ ਤੋਂ 4-5 ਸਾਲ ਤੋਂ ਨਹੀਂ, ਮੈਂ 7 ਸਾਲ ਤੋਂ ਇਨਫੀਲਡ ਲੜਾਈ ਲੜ ਰਹੇ ਇਹਨਾਂ ਦੀ। ਪਹਿਲਾਂ ਵੀ ਕੋਠੀਆਂ ਦੇ ਘਿਰਾਵ ਕੀਤੇ ਗਏ, ਨਵਾਂ ਨਹੀਂ ਕੰਮ ਕਰ ਰਹੇ ਅਸੀਂ। ਇਹਨਾਂ ਦੇ ਪਹਿਲਾਂ ਵੀ ਕੋਠੀਆਂ ਦੇ ਘਿਰਾਵ ਕੀਤੇ ਗਏ, ਇਹਨਾਂ ਨੇ ਸਿਰਫ ਸਾਨੂੰ ਝੂਠੇ ਲਾ ਰਹੇ। ਜਦੋਂ ਪਹਿਲਾਂ ਕੋਠੀਆਂ ਦੇ ਘਿਰਾਓ ਕੀਤੇ ਗਏ ਕੋਈ ਉਸ ਟਾਈਮ ਕੀ ਗੱਲਬਾਤ ਹੋਈ? ਬਿਲਕੁਲ ਜੀ, ਮੇਅਰ ਸਾਹਿਬ ਖੁਦ ਆਏ ਸੀਗੇ ਜੀ। ਮੇਅਰ ਸਾਹਿਬ ਨੇ ਕਿਹਾ ਸੀ ਮੈਂ ਇਹਨਾਂ ਦੀ ਵਾਜੀ ਮੰਗਾ ਵਾ ਮੰਨਾਂਗਾ, ਸਰਕਾਰ ਦੇ ਵਿੱਚ ਅਸੀਂ ਇਹਨਾਂ ਦੀ ਪੇਸ਼ਕਸ਼ ਪਾਵਾਂਗੇ ਵੀ ਇਹਨਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੇ ਸਾਨੂੰ ਕੋਈ ਕੀਤੇ ਪੱਕੇ ਕੁਝ ਵੀ ਨਹੀਂ ਕੀਤਾ ਜੀ ਇਹਨਾਂ ਨੇ। ਇਹ ਸਰਕਾਰ ਹੁਣ ਜਾਣ ਵਾਲੀ ਹੈ। ਪਹਿਲਾਂ ਇਹਨਾਂ ਨੇ ਵਿੱਚ ਇੱਕ ਲੱਕੜ ਦਾ ਮੁੰਡਾ ਫੜਾਇਆ ਸੀ, ਕਹਿੰਦੇ ਵੀ ਜਿਹੜਾ ਬਜਟ ਪੇਸ਼ ਕਰਨਾ ਸੀ ਉਹਦੇ ਵਿੱਚ ਮੁਲਾਜ਼ਮ ਪੱਕੇ ਕਰ ਦਿਆਂਗੇ। ਸੋ ਇਹਨਾਂ ਨੇ ਉਦੋਂ ਵੀ ਨਹੀਂ ਕੀਤਾ ਤੇ ਇਹਨਾਂ ਨੇ ਹੁਣ ਵੀ ਨਹੀਂ ਕਰਨੇ। ਕੈਪਟਨ ਸਾਹਿਬ ਦਾ ਹਰ ਘਰ ਨੌਕਰੀ ਦਾ ਵਾਅਦਾ ਸੀਗਾ, ਉਹ ਕਿੱਥੇ ਤੱਕ ਪੂਰਾ ਹੋਇਆ? ਦੇਖੋ ਜੀ, ਜਿਹੜੇ ਵਾਅਦੇ ਆ ਇਹ ਤੇ ਲੋਕ ਵਾਅਦੇ ਹੀ ਕਰਦੇ ਆ। 73 ਸਾਲ ਹੋ ਗਏ ਭਾਰਤ ਦੇਸ਼ ਆਜ਼ਾਦ ਹੋਏ ਨੂੰ, ਇਹਨਾਂ ਨੇ ਵਾਅਦੇ ਕੀਤੇ ਆ। ਤੁਸੀਂ ਦੇਖੋ ਬਾਹਰ ਸਿੰਗਾਪੁਰ ਸਾਡੇ ਤੋਂ 5-5 ਸਾਲ ਬਾਅਦ 7-7 ਸਾਲ ਬਾਅਦ ਆਜ਼ਾਦ ਹੋਏ ਆ ਤੇ ਉਹਨਾਂ ਦੀ ਇਕਨੋਮਿਕਲੀ ਪਾਵਰ ਕਿੱਥੇ ਪਹੁੰਚ ਗਈ ਹੋਈ ਹੈ। ਤੇ ਅੱਜ ਇਹ ਲੋਕ ਕਹਿੰਦੇ ਵੀ ਅਸੀਂ ਸਵੱਛ ਭਾਰਤ ਅਭਿਆਨ ਬਣਾਵਾਂਗੇ, ਮੋਦੀ ਸਾਹਿਬ ਕਹਿੰਦੇ ਸਵੱਛ ਭਾਰਤ ਨੂੰ ਲੈ ਕੇ ਜਾਵਾਂਗੇ, ਘਰ ਘਰ ਸਫਾਈ ਹੋਊਗੀ। ਮੈਂ ਕਹਿੰਦਾ ਸਫਾਈ ਕਰਮਚਾਰੀ ਤੋਂ ਬਿਨਾਂ ਤੁਸੀਂ ਸਵੱਛ ਭਾਰਤ ਬਣਾ ਲਓਗੇ ਤੇ ਸਫਾਈ ਕਰਮਚਾਰੀ ਸਿੱਧੇ ਤੌਰ ਤੇ ਗਲਾ ਘੋਟਿਆ ਜਾ ਰਿਹਾ ਵਾ। ਮੈਂ ਆਪਣੇ ਕਰਮਚਾਰੀਆਂ ਨੂੰ ਵੀ ਕਹਿੰਦਾ ਇਹਨਾਂ ਲੋਕਾਂ ਨੂੰ ਵੋਟਾਂ ਨਾ ਪਾਓ, ਜਿੱਦਾਂ ਇਹਨਾਂ ਨੇ ਤੁਹਾਨੂੰ ਸ਼ਵਾਸਨ ਦਿੱਤਾ ਇਹਨਾਂ ਨੂੰ ਵੀ ਸ਼ਵਾਸਨ ਦਿਓ ਐਤਕੀ ਤੁਸੀਂ ਤੋਰੋ ਇਹਨਾਂ ਨੂੰ। ਸੱਤਾ ਦੇ ਕਾਬਜ਼ ਜਿਹੜੇ ਲੋਕ ਬੈਠੇ ਆ, ਬਾਬਾ ਸਾਹਿਬ ਅੰਬੇਡਕਰ ਨੇ ਤੁਹਾਨੂੰ ਲੜਨ ਦਾ, ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ। ਇਹਦਾ ਸਹੀ ਇਸਤੇਮਾਲ ਕਰੋਗੇ ਜਿਸ ਦਿਨ ਤੇ ਸਾਨੂੰ ਲੋਕਾਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ। ਅੱਜ ਜੇ ਗੱਲ ਦੇਖੀ ਤਾਂ ਇੱਕ ਸਾਈਡ ਦੇ ਉੱਤੇ ਜੋ ਸਰਕਾਰ ਵੱਲੋਂ, ਜੋ ਪ੍ਰਸ਼ਾਸਨ ਵੱਲੋਂ ਕਰੋਨਾ ਟਾਈਮ ਨੂੰ ਦੇਖਦਿਆਂ ਹੋਇਆਂ ਰਾਤ ਦਾ ਲੋਕਡਾਊਨ ਲਗਾ ਦਿੱਤਾ ਗਿਆ ਔਰ ਇਸ ਟਾਈਮ ਦੇਖੀਏ ਤਾਂ ਲੋਕਡਾਊਨ ਦੀ ਕਾਰਨ ਜੋ ਦੇਖੀਏ ਤਾਂ ਜੋ ਧਰਨਾ ਦਿੱਤਾ ਜਾ ਰਿਹਾ ਅੱਜ, ਇਹਦੇ ਵਿੱਚ ਕੋਈ ਇੱਕ ਫਾਸਲਾ ਨਹੀਂ ਆ ਔਰ ਸਾਰੇ ਬਿਨਾਂ ਮਾਸਕ ਤੋਂ ਬੈਠੇ ਆ, ਕੋਈ ਦੂਰੀ ਨਹੀਂ ਬਣਾਈ ਗਈ। ਕੀ ਲੱਗਦਾ ਤੁਹਾਨੂੰ ਇਹ ਸਭ? ਦੇਖੋ ਜੀ, ਜਿਹੜੇ ਕਰੋਨਾ ਦੀ ਗੱਲ ਕਰਦੇ ਆ ਆਪਾਂ, ਜਦੋਂ ਚਰਮ ਸੀਮਾ ਤੇ ਸੀ ਕਰੋਨਾ, ਜਦੋਂ ਪੰਜਾਬ ਦੇ ਵਿੱਚ ਸਭ ਤੋਂ ਨੰਬਰ 1 ਤੇ ਆਇਆ ਸੀ ਵੀ ਕਰੋਨਾ ਦੇ ਜਿਹਨੇ ਪੇਸ਼ੈਂਟਸ ਇੱਥੇ ਆ, ਉਦੋਂ ਅਸੀਂ ਲੋਕ ਕਰੋਨਾ ਦੀ ਜਿਹੜੇ ਡਿਸਪੋਜ਼ ਹੈ ਸਿਰ ਤੇ ਚੁੱਕ ਕੇ ਲੈ ਕੇ ਗਏ। ਸਿਰ ਤੇ ਚੁੱਕ ਕੇ ਅਸੀਂ ਕਰੋਨਾ ਨੂੰ ਲੈ ਕੇ ਗਏ ਆ, ਕੂੜੇ ਦੇ ਡੰਪ ਤੇ ਸਾੜਿਆ ਜਾ ਕੇ ਤੇ ਸਵੇਰੇ 5 ਵਜੇ ਮੈਂ ਕਹਿੰਦਾ ਲੋਕੀ ਉੱਠਦੇ ਨਹੀਂ ਸੀਗੇ। ਅਸੀਂ ਉਹਨਾਂ ਦੇ ਡਿਸਪੋਜ਼ ਚੱਕ ਕੇ ਗਟਰਾਂ ਦੇ ਵਿੱਚ, ਸੀਵਰਾਂ ਦੇ ਵਿੱਚ ਅਸੀਂ ਵੜ ਕੇ ਉਹਨਾਂ ਦਾ ਡਿਸਪੋਜ਼ ਚੱਕਦੇ ਰਹੇ ਆ। ਕੰਧ ਤੇ ਹੱਥ ਰੱਖਦਾ ਕੋਈ ਤੇ 10 ਵਾਰ ਹੱਥ ਧੋਂਦਾ ਸੀ ਤੇ ਅਸੀਂ ਉਹਨਾਂ ਕਰੋਨਾ ਵਾਲਿਆਂ ਦੇ ਡਿਸਪੋਜ਼ ਚੱਕ ਕੇ ਲੈ ਗਏ। ਉਦੋਂ ਤਾਂ ਸਾਨੂੰ ਕਰੋਨਾ ਨੇ ਕੁਝ ਕਿਹਾ ਨਹੀਂ।
ਤੇ ਕਰੋਨਾ ਦੇ ਵਿੱਚ ਮਰਨ ਨਾਲੋਂ, ਭੁੱਖ ਦੇ ਨਾਲ ਮਰਨ ਨਾਲੋਂ ਤੇ ਅਸੀਂ ਇਦਾਂ ਮਰ ਜਾਾਂਗੇ ਐਜੀਟੇਸ਼ਨ ਕਰਕੇ, ਅਸੀਂ ਇਦਾਂ ਹੀ ਵਧੀਆ ਮਰ ਜਾਾਂਗੇ। ਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਹਜ਼ਾਰਾਂ ਸਾਲਾਂ ਦੀ ਗੁਲਾਮੀ ਦੇ ਲਈ, ਗੁਲਾਮੀ ਤੋਂ ਵਧੀਆ 1 ਘੰਟੇ ਦੀ ਜਿਹੜੀ ਹੈ ਉਹ ਇੱਜ਼ਤ ਦੀ ਜ਼ਿੰਦਗੀ ਹੈ। ਤੇ ਮੈਂ ਆਪਣੇ ਸਫਾਈ ਕਰਮਚਾਰੀਆਂ ਨੂੰ ਵੀ ਕਹਿਣਾ ਚਾਹੁੰਦਾ ਵਾਂ, ਤੁਹਾਡੇ ਫੈਨ ਅੰਬੇਡਕਰ ਟੀਵੀ ਦਾ ਵੀ ਧੰਨਵਾਦੀ ਹਾਂ, ਕਿਉਂਕਿ ਅੱਜ ਦੀ ਮੀਡੀਆ ਸਾਡੀ ਤਾਂ ਗੱਲ ਕੋਈ ਪਹੁੰਚਾਉਣ ਦੇ ਵਿੱਚ ਕੋਈ ਹੈ ਨਹੀਂਗਾ। ਜੇ ਤੁਸੀਂ ਆਏ ਆ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਆਪਣੇ ਸਾਰੇ ਸਮੂਹ ਵਾਲਮੀਕੀ ਸਮਾਜ ਤੋਂ ਬੇਨਤੀ ਕਰਦਾ ਵੀ ਇਹ ਜਿਹੜਾ ਮੀਡੀਆ ਸਾਡੇ ਸਮਾਜ ਦੀ ਆਵਾਜ਼ ਚੱਕਣ ਆਇਆ, ਇਹਨਾਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਇਹਨਾਂ ਦੇ ਫੋਲੋ ਵਧਾਓ ਤਾਂ ਕਿ ਆਪਣੇ ਸਮਾਜ ਦਾ ਮੀਡੀਆ ਵਾ, ਬਾਬਾ ਸਾਹਿਬ ਅੰਬੇਡਕਰ ਨੂੰ ਫੋਲੋ ਕਰਨ ਵਾਲਾ ਮੀਡੀਆ ਇਹ ਤੁਹਾਡੀ ਆਪਣੀ ਆਵਾਜ਼ ਹੈ। ਜੇ ਤੁਸੀਂ ਆਪਣੀ ਆਵਾਜ਼ ਨਹੀਂ ਸੁਣੋਗੇ ਤਾਂ ਮੇਰੇ ਹਿਸਾਬ ਨਾਲ ਤੁਹਾਡਾ ਕੋਈ ਫਾਇਦਾ ਨਹੀਂ ਜੀਣ ਦਾ। ਅੱਜ ਤੁਸੀਂ ਇੱਥੇ ਪਹੁੰਚੇ, ਅੱਜ ਮੇਅਰ ਸਾਹਿਬ ਨਾਲ ਕੋਈ ਗੱਲਬਾਤ ਹੋਈ, ਕੋਈ ਪ੍ਰਸ਼ਾਸਨ ਦੇ ਨੁਮਾਇੰਦਿਆਂ ਨਾਲ ਕੋਈ? ਦੇਖੋ ਜੀ, ਮੇਅਰ ਸਾਹਿਬ ਨੇ ਤਾਂ ਪਹਿਲੇ ਹੀ ਉੱਥੇ ਇੱਕ ਕਾਰਪੋਰੇਸ਼ਨ ਦੇ ਵਿੱਚ ਆਪਣੇ ਕਹਿਤਾ ਵੀ ਜਿਹੜਾ ਮੁਲਾਜ਼ਮ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਦੀ ਯੂਨੀਅਨ ਦੇ ਵਿੱਚ ਆਊਗਾ ਉਹਨਾਂ ਦੀ ਹਾਜ਼ਰੀਆਂ ਕੱਟ ਦੇਵਾਂਗੇ। ਅਸੀਂ ਲੜਨ ਨੂੰ ਪਹੁੰਚੇ ਜੀ, ਜਿਹੜੇ ਕੋਈ ਸਾਥੀ ਵੀ ਮੇਅਰ ਸਾਡੇ ਪਹੁੰਚੇ ਕਾਰਪੋਰੇਸ਼ਨ ਕਰਮਚਾਰੀ। ਤੇ ਮੈਂ ਕਹਿਣਾ ਚਾਹੁੰਦਾ ਵਾ ਵੀ ਆਸ਼ਵਾਸਨ ਦੇਣ ਲਈ ਜੇ ਮੇਅਰ ਸਾਹਿਬ ਤੁਸੀਂ ਆਣਾ, ਸਾਡੇ ਕੋਲ ਆਉਣ ਦੀ ਲੋੜ ਨਹੀਂ ਹੈਗੀ ਆ, ਸੰਤ ਆਰਡਰ ਲੈ ਕੇ ਆਓਗੇ ਤਾਂ ਅਸੀਂ ਉੱਠ ਜਾਵਾਂਗੇ। ਜੈ ਭੀਮ ਜੀ। ਸੋ ਇਸ ਮੌਕੇ ਆਜ਼ਾਦ ਸਮਾਜ ਪਾਰਟੀ ਦੇ ਜੋ ਪੰਜਾਬ ਦੇ ਪ੍ਰਧਾਨ ਨੇ ਰਾਜੀਵ ਕੁਮਾਰ ਲਵਲੀ ਜੀ, ਉਹ ਵੀ ਸਾਡੇ ਨਾਲ ਮੌਜੂਦ ਨੇ। ਲਵਲੀ ਜੀ, ਅੱਜ ਲੁਧਿਆਣਾ ਮੇਅਰ ਦੇ ਘਰ ਦਾ ਘਿਰਾਓ ਕੀਤਾ ਗਿਆ ਆ, ਤੁਸੀਂ ਪਹੁੰਚੇ ਹੋਏ ਹੋ, ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ? ਦੇਖੋ, ਜਿਹੜਾ ਇਹ ਸਾਡਾ ਸਮਾਜ ਆ, ਖਾਸ ਕਰਕੇ ਬਾਲਮੀਕ ਸਮਾਜ ਜਾਂ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ, ਸੀਵਰਮੈਨ, ਇਹਨਾਂ ਦੀਆਂ ਮੰਗਾਂ ਦਾ ਸਾਡੇ ਨਾਲ ਡਿਸਕਸ਼ਨ ਕੀਤੀ ਸੀਗੀ ਜਿਹੜੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਅਰੁਣ ਪੱਟੀ ਜੀ। ਉਹਨਾਂ ਨੇ ਦੱਸਿਆ ਸੀਗਾ ਵੀ ਸਾਡੇ ਸਮਾਜ ਨਾਲ ਕਿੱਦਾਂ ਤਸ਼ੱਦਦ ਇਹ ਸਰਕਾਰਾਂ ਕਰਦੀਆਂ ਨੇ। 7,7500 ਰੁਪਏ ਦੇ ਵਿੱਚ ਕੀ ਮੁਮਕਿਨ ਹੈ ਵੀ ਗੁਜ਼ਾਰਾ ਹੋ ਸਕੇ? ਜੇ ਦਿੱਲੀ ਵਰਗੀ ਛੋਟੀ ਸਟੇਟ ਜਾਂ ਹਰਿਆਣਾ ਵਰਗੇ ਯਾਰ 18,600 ਦਾ ਸਕੇਲ ਦੇ ਸਕਦੇ ਆ ਕੱਚੇ ਮੁਲਾਜ਼ਮਾਂ ਨੂੰ, ਤਾਂ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ ਹੈਗੀ? ਪੰਜਾਬ ਤਾਂ ਉਸ ਤੋਂ ਕਿਤੇ ਰਿਚ ਸਟੇਟ ਹੈਗੀ ਹੈ। ਜੇ ਇਹਨਾਂ ਨੂੰ ਹੋਰ ਲੱਲੇ ਭੱਪੇ ਕਰਨ ਦੀ ਪਈ ਹੋਈ ਆ ਸੀਐਮ ਸਾਹਿਬ ਨੂੰ, ਕਿਤੇ ਕੁਛ 650 ਕਰੋੜ ਦਾ ਬਜਟ ਆ ਗਿਆ ਗੰਦੇ ਨਾਲੇ ਨੂੰ ਕਰਨ ਦਾ, ਉਹ ਵੀ ਹੁਣ ਦੱਸ ਰਿਹਾ ਵੀ ਇਹ ਪੂਰਾ ਨਹੀਂ ਹੋਣਾ। ਤੇ ਜਿਨ੍ਹਾਂ ਨੇ ਇਹ ਕੰਮ ਕਰਨੇ ਨੇ, ਜਿਨ੍ਹਾਂ ਦੇ ਪਰਿਵਾਰ ਇਸ ਨਾਲ ਜੁੜੇ ਹੋਏ ਨੇ, ਜੇ ਉਹਦੀ ਸਰਕਾਰ ਸੁੱਧ ਬੁੱਧ ਨਹੀਂ ਲਊਗੀ ਤਾਂ ਫਿਰ ਇਹਨੂੰ ਕੀ ਸਮਝਿਆ ਜਾਵੇ? ਉਸੀ ਦੇ ਤਹਿਤ ਅੱਜ ਜਿਹੜਾ ਮੇਅਰ ਹਾਊਸ ਲੁਧਿਆਣਾ ਇੱਥੇ ਅੱਜ ਧਰਨਾ ਪ੍ਰੋਟੈਸਟ ਅਸੀਂ ਕਰ ਰਹੇ ਹਾਂ, ਕਿਉਂਕਿ ਇਹ ਗੂੰਗੀ ਬੋਲੀ ਸਰਕਾਰ ਦੇ ਕੰਨ ਖੋਲੀਏ। ਇਹ ਬੜੀਆਂ ਵਾਜਬ ਦੀਆਂ ਮੰਗਾਂ ਨੇ, ਅਸੀਂ ਕੁਝ ਵੀ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਰਹਿ ਕੇ ਗੱਲ ਨਹੀਂ ਕਰ ਰਹੇ ਹੈਗੇ। ਇਹ ਜਿਹੜੀਆਂ ਸੰਵਿਧਾਨਿਕ ਹੱਕ ਨੇ ਸਾਡੇ ਸਮਾਜ ਦੇ, ਉਹਦੇ ਹੱਕਾਂ ਦੇ ਬਾਰੇ ਜਿਹੜਾ ਅੱਜ ਇਹ ਪ੍ਰੋਟੈਸਟ ਹੋ ਰਿਹਾ। ਅੱਜ ਜਿੱਦਾਂ ਕਿ ਅਰੁਣ ਭੱਟੀ ਜੀ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਕਿ ਅਸੀਂ ਮੇਅਰ ਸਾਹਿਬ ਬਾਹਰ ਆਏ ਸੀਗੇ ਪਰ ਉਹਨਾਂ ਨਾਲ ਕੋਈ ਪੱਕੇ ਤੌਰ ਤੇ ਗੱਲਬਾਤ ਨਹੀਂ ਹੋਈ। ਅਸੀਂ ਚਾਹੁੰਦੇ ਕਿ ਪੱਕਾ ਕੋਈ ਉਹਨਾਂ ਨੂੰ ਜੋ ਇੱਕ ਪੱਕਾ ਆਰਡਰ ਆਵੇ ਤਾਂ ਹੀ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ, ਤਾਂ ਹੀ ਉਹ ਸਾਡੇ ਕੋਲ ਆਉਣ, ਨਹੀਂ ਤਾਂ ਸਾਨੂੰ ਆਸ਼ਵਾਸਨ ਦੇਣ ਨਾ ਆਉਣ। ਕੀ ਲੱਗਦਾ ਤੁਹਾਨੂੰ, ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਇਹ ਜਿਹੜਾ ਮੁੱਦਾ ਇਹ ਇੰਨੀ ਛੇਤੀ ਮੇਰੇ ਹਿਸਾਬ ਦੇ ਨਾਲ ਤਾਂ, ਕਿਉਂਕਿ ਮੇਅਰ ਸਾਹਿਬ ਦੇ ਕੋਲ ਇੰਨੀ ਪਾਵਰ ਨਹੀਂ ਆ, ਇਹਨਾਂ ਨੂੰ ਵੀ ਉੱਪਰ ਚੀਫ ਸੈਕਟਰੀ ਨਾਲ, ਸੀਐਮ ਸਾਹਿਬ ਨਾਲ ਜਾਂ ਹੋਰ ਜਿਹੜੀ ਉੱਪਰ ਮਿਨਿਸਟਰੀ ਬੈਠੀ ਆ ਉਹਨਾਂ ਨਾਲ ਗੱਲ ਕਰਨੀ ਪਊਗੀ, ਕਿਉਂਕਿ ਇਹ ਬਹੁਤ ਇੱਕ ਜਿਹਨੂੰ ਕਹਿ ਦਈਏ ਸੈਂਸਿਟਿਵ ਜਿਹਾ ਮੁੱਦਾ ਹੈ। ਔਰ ਜੇ ਅੱਜ ਸਾਡੇ ਸਫਾਈ ਕਰਮਚਾਰੀ, ਸੀਵਰਮੈਨ ਸਫਾਈ ਵਿਵਸਥਾ ਨੂੰ ਬੰਦ ਕਰ ਦੇਣ, ਸਟ੍ਰਾਈਕ ਤੇ ਆ ਜਾਵੇ ਸਾਰਾ ਪੰਜਾਬ, ਤਾਂ ਫਿਰ ਪੰਜਾਬ ਕਿੱਥੇ ਖੜਾ ਯਾਰ? ਔਰ ਤੁਸੀਂ ਇਹ ਜਿਹੜੀ ਸਟ੍ਰਾਈਕ ਦੀ ਗੱਲ ਕੀਤੀ, ਭੱਟੀ ਸਾਹਿਬ ਨੇ ਤਾਂ ਕਿਹਾ, ਕਹਿੰਦੇ ਮੇਅਰ ਸਾਹਿਬ ਨੇ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਕਿ ਜਿਹੜਾ ਵੀ ਮੁਲਾਜ਼ਮ ਇਹਨਾਂ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਜਾਊਗਾ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ, ਉਹਨਾਂ ਦੀਆਂ ਹਾਜ਼ਰੀਆਂ ਕੱਟੀਆਂ ਜਾਣਗੀਆਂ, ਕੁਛ ਇੱਦਾਂ ਦੀਆਂ ਗੱਲਾਂ ਜੋ ਸੁਣਨ ਦੇ ਵਿੱਚ ਆਈਆਂ ਨੇ। ਇਹ ਤਾਂ ਫਿਰ ਅਨਡੈਮੋਕ੍ਰੈਟਿਕ ਵੇ ਹੋ ਗਿਆ। ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ 'ਚ ਬਕਾਇਦਾ ਲਿਖ ਕੇ ਦੱਸਿਆ ਹੋਇਆ ਵੀ ਤੁਸੀਂ ਡੈਮੋਕ੍ਰੈਟਿਕ ਵੇ ਦੇ ਨਾਲ ਆਪਣੇ ਹੱਕ ਹਕੂਕ ਦੀ ਗੱਲ ਕਰ ਸਕਦੇ ਹੋ, ਤੁਸੀਂ ਆਪਣੀ ਸਟ੍ਰਾਈਕ ਕਰ ਸਕਦੇ ਹੋ, ਜੇ ਤੁਹਾਨੂੰ ਕੋਈ ਸਰਕਾਰ ਤੋਂ ਪ੍ਰੋਬਲਮ ਆ ਤੁਸੀਂ ਉਹਦਾ ਪ੍ਰੋਟੈਸਟ ਕਰ ਸਕਦੇ ਹੋ। ਇਹ ਤਾਂ ਫਿਰ ਮੇਅਰ ਸਾਹਿਬ ਜਿਹੜੀ ਆ ਡਿਕਟੇਟਰਸ਼ਿਪ ਵਾਲੇ ਨੂੰ ਪਾਸੇ ਨੂੰ ਤੁਰ ਪਏ ਆ। ਇਹ ਤਾਂ ਫਿਰ ਇਹਨਾਂ ਨੂੰ ਕੋਈ ਨਹੀਂ, ਫਿਰ ਇਲੈਕਸ਼ਨ ਨੇੜੇ ਹੀ ਆ, 8-10 ਮਹੀਨੇ ਦੀ ਗੱਲ ਆ, 2022 'ਚ ਦੱਸ ਦੇਣਗੇ। ਫਿਰ ਇਹ 36% ਵੋਟ ਆ ਪੰਜਾਬ ਦੇ ਵਿੱਚ, ਇਹ ਕਿੱਥੇ ਤੁਰੇ ਫਿਰਦੇ ਨੇ ਇਹ? ਜੇ ਐਸਸੀ ਸਮਾਜ ਕਾਂਗਰਸ ਨੂੰ ਨੇੜੇ ਲਾ ਕੇ ਸਰਕਾਰ ਬਣਾਤੀ ਕੈਪਟਨ ਅਮਰਿੰਦਰ ਸਿੰਘ ਦੀ, ਤਾਂ ਫਿਰ ਲਾਣਾ ਵੀ ਜਾਣਦੇ ਆ। ਇਸ ਕਰਕੇ ਇਹ ਅੰਡਰ ਕਰੰਟ ਪੈਦਾ ਹੋ ਰਿਹਾ ਔਰ ਇੱਕ ਲਾਵਾ ਫੁੱਟੂਗਾ ਬਹੁਤ ਛੇਤੀ ਇਹ, ਕਿਉਂਕਿ ਅਸੀਂ ਮਹੱਲਿਆਂ 'ਚ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਵੀ ਭਾਈ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰੋ। ਇਹ ਸਰਕਾਰਾਂ ਨੇ ਤੁਹਾਡਾ ਕੁਝ ਨਹੀਂ ਕਰਨਾ ਹੈਗਾ, ਕਿਸੇ ਵੀ ਸਰਕਾਰ ਨੇ ਕੁਝ ਨਹੀਂ ਸੋਚਿਆ। ਤੁਹਾਨੂੰ ਕੀ ਲੱਗਦਾ ਕਿ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਹਰ ਘਰ ਨੌਕਰੀ ਦਾ, ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ, ਵਾਅਦੇ ਤਾਂ ਪੂਰੇ ਹੋਏ ਨਹੀਂ ਗਏ, 4 ਸਾਲ ਬੀਤ ਚੁੱਕੇ ਆ, 1 ਸਾਲ ਰਹਿ ਗਿਆ, ਤੁਹਾਨੂੰ ਲੱਗਦਾ ਕਿ ਪੱਕੇ ਕਰਨਗੇ ਮੁਲਾਜ਼ਮਾਂ ਨੂੰ? ਬਿਲਕੁਲ ਨਹੀਂ ਹੋਣਾ, ਕੁਛ ਨਹੀਂ ਹੋਣਾ। ਉਹ ਜਿਹੜਾ ਕੀ ਉਹ ਪ੍ਰਸ਼ਾਂਤ ਕੁਮਾਰ ਪੀ ਕੇ ਜਿਹੜਾ ਵਾ ਉਹ ਦੁਬਾਰਾ ਫੇਰ ਇਹਨਾਂ ਨੇ ਸਾਡੇ ਤੇ ਬੋਝ ਪਾਤਾ ਲਿਆ ਕੇ।
ਅੱਗੇ ਥੋੜੀ ਫੌਜ ਸੀ ਕੈਪਟਨ ਸਾਹਿਬ ਕੋਲੇ 16 SDO ਲਾਏ ਹੋਏ ਆ, ਨਾਲ OSD ਲਾਏ ਨੇ, ਨਾਲ ਇੱਕ ਹੋਰ ਲੈ ਕੇ ਚਮੇੜ ਲਿਆ ਸਾਡੇ। ਉਹ ਕੰਮ ਕਰਨੇ ਤੁਸੀਂ ਪਾਰਟੀ ਦੇ ਆਪਣੇ ਕੋਲੋਂ ਖਰਚਾ ਦਿਓ, ਜਿੱਥੇ ਮਰਜ਼ੀ ਰੱਖੋ। ਤੁਸੀਂ ਪੰਜਾਬ ਵਾਸੀਆਂ ਦੇ ਕਾਹਦੇ ਲਈ ਬੋਝ ਪਾਇਆ ਉਸ ਬੰਦੇ ਦਾ? ਇਸ ਬੰਦੇ ਨੇ ਹੀ ਪਿਛਲੀ ਵਾਰੀ 2017 ਦੇ ਵਿੱਚ ਇੱਦਾਂ ਦੇ ਵੱਡੇ ਵੱਡੇ ਵਾਅਦੇ ਕਰਵਾਏ ਕੈਪਟਨ ਸਾਹਿਬ ਤੋਂ, ਜਿਹੜੀ ਨਾਮੁਮਕਿਨ ਗੱਲ ਲੱਗਦੀ ਸੀ। ਤੁਸੀਂ ਚੋਣ ਮੈਨੀਫੈਸਟੋ ਚੱਕ ਕੇ ਦੇਖੋ ਕਾਂਗਰਸ ਦਾ, ਘਰ ਘਰ ਨੌਕਰੀ, ਅਸੀਂ 31,000 ਸਕੀਮ ਦੇਵਾਂਗੇ, ਅਸੀਂ ਇਹਨਾਂ ਨੂੰ ਜਿਹੜਾ ਮਹਿੰਗਾਈ ਭੱਤਾ ਦੇਵਾਂਗੇ, ਬਿਜਲੀ 5 ਰੁਪਏ ਯੂਨਿਟ ਕਰਾਂਗੇ, ਆਹ ਕਰਾਂਗੇ, ਨਸ਼ਾ ਖਤਮ ਕਰਾਂਗੇ, ਰੇਤ ਬਜਰੀ ਦਾ ਮਾਫੀਆ ਰੋਕਾਂਗੇ। ਕਿਆ ਇਹ ਕੰਮ ਹੋ ਗਏ ਸਾਰੇ? ਤੁਸੀਂ ਸਾਰਾ ਪੰਜਾਬ ਘੁੰਮਦੇ ਹੋ, ਤੁਸੀਂ ਦੱਸੋ ਮੈਨੂੰ ਕਿੱਥੇ ਇਸ ਗੱਲ ਨੂੰ ਠੱਲ ਪਾਈ ਗਈ ਹੈ? ਸੋ ਇਹ ਜਿਹੜੇ ਝੂਠੇ ਵਾਅਦੇ, ਝੂਠੇ ਲਾਰੇ ਪਹਿਲਾਂ ਚੱਲ ਗਿਆ, 73 ਸਾਲ ਤੋਂ ਮੂਰਖ ਬਣਾਇਆ ਜਾ ਰਿਹਾ ਸਮਾਜ ਨੂੰ। ਹੁਣ ਜਿੱਦਾਂ ਲੋਕਾਂ ਨੇ, ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੇ ਇਹਨਾਂ ਨੂੰ ਜੋ ਕਾਂਗਰਸ ਦੀ ਸਰਕਾਰ ਬਣਾਈ, ਕੀ ਲੋਕ ਹੁਣ ਅਵੇਅਰ ਨੇ? ਮੈਂ ਦੱਸ ਰਿਹਾ ਵੀ ਅਸੀਂ ਤਕਰੀਬਨ ਪਿਛਲੇ 2-2.5 ਸਾਲ ਤੋਂ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਪੰਜਾਬ ਭਰ ਦੇ ਵਿੱਚ। ਇਹ ਹੁਣ 2022 ਦੇ ਵਿੱਚ ਲੋਕ ਹੀ ਦੱਸਣਗੇ ਇਹਨਾਂ ਨੂੰ। ਜਿਹੜੇ ਇਹ ਲੋਕ ਸਾਡੇ, ਪਹਿਲਾਂ ਤਾਂ ਲੋਕਾਂ ਨੂੰ ਝੰਡੇ ਦੀ ਪਹਿਚਾਣ ਹੀ ਨਹੀਂ ਸੀ ਹੁੰਦੀ ਵੀ ਨੈਸ਼ਨਲ ਫਲੈਗ ਕਿਹੜਾ ਤੇ ਕਾਂਗਰਸ ਦਾ ਝੰਡਾ ਕਿਹੜਾ। ਉਹ ਕਾਂਗਰਸ ਦੇ ਝੰਡੇ ਨੂੰ ਸਲੂਟ ਮਾਰਦੇ ਰਹਿੰਦੇ ਸੀ ਵੀ ਇਹ ਸਾਡਾ ਨੈਸ਼ਨਲ ਫਲੈਗ ਆ। ਅਨਪੜ੍ਹਤਾ ਸੀ, ਲੋਕਾਂ ਨੂੰ ਪਤਾ ਨਹੀਂ ਸੀ। ਲੇਕਿਨ ਹੁਣ ਲੋਕ ਜਾਗਰੂਕ ਹੋ ਚੁੱਕੇ ਨੇ। ਮੈਂ ਤੁਹਾਨੂੰ ਫਿਰ ਬਾਰ-ਬਾਰ ਦੱਸ ਰਿਹਾ ਬਈ 36% ਵੋਟ ਆ ਰਵਿਦਾਸੀਆ ਔਰ ਵਾਲਮੀਕੀ ਕੌਮ ਇਕੱਠੀਆਂ ਹੋ ਗਈਆਂ ਨੇ, ਉਹ ਇਕੱਠੀਆਂ ਹੋ ਰਹੀਆਂ ਨੇ। ਹੁਣ ਉਹ ਵੀ ਕੰਮ ਨਹੀਂ ਰਹਿਣਾ ਵੀ ਕਿਤੇ ਬੋਤਲ ਇੱਕ ਦੇ ਦਿਓ, 10 ਕਿਲੋ ਆਟਾ ਦੇ ਦਿਓ ਤੇ ਵੋਟ ਲੈ ਲਓ। ਘਰੇ ਬੁੜੀਆਂ ਨੇ ਡਾਂਗਾਂ ਨੂੰ ਤੇਲ ਲਾ ਕੇ ਰੱਖਿਆ ਹੋਇਆ ਹੁਣ। ਇਸ ਕਰਕੇ ਇਹ ਭੁੱਲ ਜਾਣ ਲੋਕ ਜਿੱਦਾਂ ਹਾਲ ਸੈਂਟਰ ਗੌਰਮੈਂਟ ਦਾ ਕਿਸਾਨਾਂ ਨੇ ਔਰ ਸਾਰੇ ਮਜ਼ਦੂਰ ਜਥੇਬੰਦੀਆਂ ਨੇ ਰਲ ਕੇ ਕੀਤਾ ਹੋਇਆ। ਇਹ ਪੰਜਾਬ ਦੇ ਵਿੱਚ ਬਹੁਤ ਛੇਤੀ ਹਾਲਾਤ ਪੈਦਾ ਹੋ ਜਾਣਗੇ ਜੇ CM ਸਾਹਿਬ ਨੇ ਇਸ ਮੂਵਮੈਂਟ ਨੂੰ, ਇਹ ਵਾਜਬ ਮੰਗਾਂ ਨੂੰ, ਲੋਕਾਂ ਦੀਆਂ ਨੂੰ ਨਾ ਪੂਰਾ ਕੀਤਾ ਤਾਂ ਫਿਰ ਦੇਖ ਲਓ ਵੀ ਪੰਜਾਬ ਦੇ ਵਿੱਚ 22 ਜ਼ਿਲ੍ਹੇ ਆ। ਪੂਰਨ ਤੌਰ ਤੇ ਮੁਕੰਮਲ ਹੜਤਾਲ ਕਰਾਵਾਂਗੇ ਔਰ ਹਿੱਕ ਠੋਕ ਕੇ ਮੈਂ ਗੱਲ ਕਹਿ ਰਿਹਾ ਵੀ ਫਿਰ ਇਹਦਾ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ। ਕਰੋਨਾ ਕਿਹਾ ਹੈ ਤੇ ਸਾਹਮਣੇ ਹੋਊਗਾ। ਜਦੋਂ ਯਾਰ ਕੂੜਾ ਕਰਕਟ ਨਹੀਂ ਚੱਕਿਆ ਜਾਣਾ, ਸੜਕਾਂ ਦੇ ਵਿੱਚ ਗੰਦਗੀ ਫੈਲੂਗੀ, ਸੀਵਰ ਲਾਈਨਾਂ ਬਲੌਕ ਹੋ ਜਾਣਗੀਆਂ ਤਾਂ ਫਿਰ ਕੀ ਕਰੂਗਾ? ਕੀ CM ਆਪ ਕੱਢ ਲੂ ਆ ਕੇ ਉੱਥੋਂ? ਜਾਂ ਜਿਹੜੇ ਐਡੀ ਫੌਜਾਂ ਲਾਈਆਂ ਹੋਈਆਂ ਨੇ 16 17 OSD, ਐਡੇ ਇਹਨਾਂ ਨੇ ਬਿਊਰੋਕ੍ਰੇਸੀ ਭਰੀ ਹੋਈ ਆ, ਕਿ ਉਹ ਕਰਨਗੇ ਸੀਵਰ ਲਾਈਨਾਂ ਸਾਫ਼ ਆ ਕੇ? ਜਿਹੜੇ ਲੋਕ ਇਹ ਕੰਮ ਕਰਦੇ ਨੇ, ਜੇ ਉਹਦੇ ਹੱਕ ਨਹੀਂ ਦੇਣੇ ਸਰਕਾਰ ਨੇ, ਤਾਂ ਅਸੀਂ ਇਹ ਲੋਕਾਂ ਨੂੰ ਕਹਿ ਰਹੇ ਹਾਂ ਵੀ ਕੋਈ ਨਹੀਂ, ਦੇਖਦੇ ਆ ਕੀ ਕਰਦੇ ਆ। ਜੇ ਨਹੀਂ ਮੰਨਣਗੇ ਤਾਂ ਫਿਰ ਇੱਕ ਦਿਨ ਚੁਣਾਂਗੇ, ਕਿਉਂਕਿ ਬਾਬਾ ਸਾਹਿਬ ਅੰਬੇਦਕਰ ਦਾ ਦਿਨ ਵੀ ਆ ਰਿਹਾ 14 ਅਪ੍ਰੈਲ। ਸ਼ਾਇਦ ਫਿਰ 14 ਅਪ੍ਰੈਲ ਅਸੀਂ ਦਿਨ ਚੁਣੀਏ। 14 ਅਪ੍ਰੈਲ ਤੋਂ ਪੰਜਾਬ ਭਰ ਦੇ ਵਿੱਚ ਜਿਹੜੀ ਆ ਹੜਤਾਲ ਹੋਊਗੀ ਔਰ ਉਹ ਜਿਹੜੀ ਹੜਤਾਲ ਹੋਊਗੀ ਉਹ ਬੇਮਿਆਦੀ ਹੋਊਗੀ। ਅਸੀਂ ਆਸ਼ਵਾਸਨ ਨਹੀਂ ਲੈਣੇ, ਝੂਠੇ ਵਾਅਦੇ ਨਹੀਂ ਲੈਣੇ ਇਹਨਾਂ ਦੇ ਕੋਲੋਂ। ਇਹ ਝੂਠੇ ਵਾਅਦੇ ਕਰ ਕਰਕੇ ਤੇ ਇੱਥੇ ਤੱਕ ਹਾਲਾਤ ਪਹੁੰਚ ਗਏ। ਜਿਹੜੀ ਪਹਿਲਾਂ ਲੀਡਰਸ਼ਿਪ ਸੀਗੀ ਵਾਲਮੀਕ ਸਮਾਜ ਦੀ, ਚਾਹੇ ਉਹ ਅਕਾਲੀਆਂ ਦੀ ਸਰਕਾਰ ਰਹੀ ਹੋਵੇ ਚਾਹੇ ਕਾਂਗਰਸ ਦੀ ਰਹੀ ਹੋਵੇ, ਉਹਨਾਂ ਨੇ ਸਾਡੇ ਸਮਾਜ ਦਾ ਕੁਝ ਨਹੀਂ ਸੋਚਿਆ। ਇਸ ਕਰਕੇ ਅਰੁਣ ਪੱਟੀ ਬਿਲਕੁਲ ਯੰਗ ਮੁੰਡਾ ਔਰ ਇਹ ਬਿਲਕੁਲ ਸੱਚੀ ਔਰ ਸੁੱਚੀ ਲੜਾਈ ਜਿਹੜੀ ਆ ਇਮਾਨਦਾਰੀ ਨਾਲ ਲੜ ਰਿਹਾ ਕੌਮ ਦੀ। ਇਸ ਕਰਕੇ ਅਸੀਂ ਭੀਮ ਆਰਮੀ ਤੇ ਜਾਟ ਸਮਾਜ ਪਾਰਟੀ ਨੇ ਇਹਨੂੰ ਸਮਰਥਨ ਦਿੱਤਾ। ਕਿਉਂਕਿ ਤੁਹਾਨੂੰ ਯਾਦ ਹੋਏਗਾ 15 ਮਾਰਚ ਨੂੰ ਜਦੋਂ ਸਾਡੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਰੋਪੜ ਬੁੰਗਾ ਸਾਹਿਬ ਆ ਕੇ ਗਏ ਆ, ਉਦੋਂ ਵੀ ਇਹ ਜਦੋਂ ਮੁੱਦਾ ਹੋਇਆ ਤੇ ਉਹਨਾਂ ਨੇ ਤਾਕੀਦ ਕੀਤੀ ਸਾਰੀ ਭੀਮ ਆਰਮੀ ਜਾਟ ਸਮਾਜ ਪਾਰਟੀ ਨੂੰ ਵੀ ਆਪਾਂ ਇਹ ਮੁੱਦਿਆਂ ਤੇ ਅਸੀਂ ਆਪਣੇ ਕੌਮ ਦੀ, ਆਪਣੇ ਸਮਾਜ ਦੀ ਲੜਾਈ ਲੜਨੀ ਆ ਔਰ ਹਿੱਕ ਢਾਹ ਕੇ ਅਸੀਂ ਜਿਹੜਾ ਵਾ ਸਰਕਾਰ ਦੇ ਖਿਲਾਫ ਇਸ ਗੱਲ ਨੂੰ ਚੱਕਾਂਗੇ। ਜਿਹੜੀ ਗੱਲ ਤੁਸੀਂ ਕਹਿ ਕੇ ਹਟੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਵੱਡੇ ਲੈਵਲ ਤੇ ਪ੍ਰੋਟੈਸਟ ਕਰੋਗੇ, ਕੀ ਉਸ ਦੇ ਵਿੱਚ ਤੁਹਾਡੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਵੀ ਸ਼ਾਮਲ ਹੋਣਗੇ? ਕੋਸ਼ਿਸ਼ ਕਰਾਂਗੇ, ਕਿਉਂਕਿ 14 ਅਪ੍ਰੈਲ ਨੂੰ ਦੇਸ਼ ਭਰ ਦੇ ਵਿੱਚ ਜਿੱਦਾਂ ਪ੍ਰੋਗਰਾਮ ਹੁੰਦੇ ਨੇ ਬਾਬਾ ਸਾਹਿਬ ਅੰਬੇਦਕਰ ਦੇ ਜਨਮ ਦਿਨ ਦੇ ਸੰਬੰਧ 'ਚ, ਹੋ ਸਕਦਾ ਜੇ ਭਾਜੀ ਕੋਲ ਨਾ ਟਾਈਮ ਹੋਇਆ ਤਾਂ ਨੈਕਸਟ ਡੇ ਆ ਜਾਣਗੇ। ਅਦਰਵਾਈਜ਼ ਸਾਡੀ ਇਹ ਕੋਸ਼ਿਸ਼ ਆ ਵੀ 14 ਅਪ੍ਰੈਲ ਨੂੰ ਅਸੀਂ ਬਾਬਾ ਸਾਹਿਬ ਦੇ ਦਿਨ ਤੇ ਆਪਣੇ ਲੋਕਾਂ ਦੇ, ਆਪਣੇ ਸਾਡੇ ਸਮਾਜ ਦੇ ਜਿਹੜੇ ਹੱਕ ਨੇ ਔਰ ਬਿਲਕੁਲ ਵਾਜਬ ਮੰਗਾਂ ਨੇ, ਉਹ ਇਹ ਨਹੀਂ ਅਸੀਂ ਕਹਿ ਰਹੇ ਵੀ ਕੋਈ ਅਸੀਂ ਆਊਟ ਆਫ ਜਾ ਕੇ ਵੇ ਗੱਲ ਕਰ ਰਹੇ ਹਾਂ। ਨੋ, ਇਹ ਬੜੀਆਂ ਵਾਜਬ ਜੀਆਂ ਮੰਗਾਂ ਨੇ ਔਰ ਸਰਕਾਰ ਨੂੰ ਇਹਨਾਂ ਦਾ ਧਿਆਨ ਦੇਣਾ ਚਾਹੀਦਾ। ਕਿਉਂਕਿ ਯਾਰ ਇਹ ਜਿਹੜਾ ਸਮਾਜ ਆ ਸਾਡਾ, ਇਹ ਕੀ ਸੋਚਿਆ ਹੋਇਆ ਸਰਕਾਰ ਨੇ ਇਹਨਾਂ ਨੂੰ? ਕੀ ਅੱਜ ਦੀ ਮਹਿੰਗਾਈ ਦੇ ਵਿੱਚ 7,800 'ਚ ਕੀ ਬਣੂਗਾ 7,800 ਰੁਪਏ ਦੇ ਵਿੱਚ? ਮੈਂ ਤਾਂ ਬੜਾ ਹੈਰਾਨ ਹੋਇਆ ਦੇਖ ਕੇ ਵੀ ਜੇ ਹਰਿਆਣੇ ਵਾਲੇ ਇੰਨਾ ਦੇ ਸਕਦੇ ਆ, ਦਿੱਲੀ ਵਾਲੇ ਦੇ ਸਕਦੇ, ਤਾਂ ਪੰਜਾਬ ਨੂੰ ਕੀ ਪਰੇਸ਼ਾਨੀ ਆ ਬਈ? ਕਿਉਂ ਨਹੀਂ ਦੇ ਸਕਦੇ? ਕਿਉਂਕਿ ਜਿਹੜੇ ਇੱਥੇ ਸਕੀਮਾਂ ਘੜਨ ਵਾਲੇ ਲੋਕ ਬੈਠੇ ਆ, ਜਿਹੜੇ ਇੱਥੇ ਐਡੇ ਸਿਰਾਂ ਵਾਲੇ ਬਿਊਰੋਕਰੇਟਸ ਬਿਠਾਏ ਹੋਏ ਨੇ, ਲੱਖਾਂ ਰੁਪਈਆ ਸੈਲਰੀ ਦਿੱਤੀ ਜਾ ਰਹੀ ਆ, ਔਰ ਜਿਹੜੇ ਇੰਨੇ ਮਿਨਿਸਟਰੀਆਂ ਲੈ ਕੇ ਬੈਠੇ ਨੇ, 34 ਸਾਡੇ MLA ਚੁਣ ਕੇ ਜਾਂਦੇ ਨੇ ਅਲੱਗ-ਅਲੱਗ ਪਾਰਟੀਆਂ ਤੋਂ ਭਾਵੇਂ ਕਿਉਂ ਨਾ ਹੋਣ, ਲੇਕਿਨ ਇਹ ਲੋਕ SC ਸਮਾਜ ਦੀ ਗੱਲ ਨਹੀਂ ਕਰਦੇ ਅਸੈਂਬਲੀ ਦੇ ਵਿੱਚ।
ਇਹ ਤਾਂ ਕੀੜੇ ਮਕੌੜੇ ਸਮਝਦੇ ਆ, ਔਰ ਇਹੀ ਕੀੜੇ ਮਕੌੜੇ ਇਹਨਾਂ ਨੂੰ ਬੰਦੇ ਦਾ ਪੁੱਤ ਬਣਾਉਣਗੇ 2022 ਦੇ ਵਿੱਚ। ਅੱਜ ਤੁਸੀਂ ਮੇਰੀ ਇਹ ਗੱਲ ਯਾਦ ਰੱਖ। ਸੋ ਇਸ ਮੌਕੇ ਭੀਮ ਆਰਮੀ ਦੇ ਜੋ ਪੰਜਾਬ ਦੇ ਪ੍ਰਧਾਨ ਨੇ ਡਾਕਟਰ ਬਲਬੀਰ ਗਰਚਾ ਜੀ, ਉਹ ਵੀ ਮੌਜੂਦ ਨੇ, ਇਸ ਮੌਕੇ ਪਹੁੰਚੇ। ਗਰਚਾ ਜੀ, ਅੱਜ ਤੁਸੀਂ ਵੀ ਪਹੁੰਚੇ ਹੋਏ ਹੋ ਸਫਾਈ ਕਰਮਚਾਰੀਆਂ ਨੂੰ ਜੋ ਪੱਕੇ ਕਰਵਾਉਣ ਦੇ ਲਈ ਜੋ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ, ਮੇਅਰ ਦੀ ਕੋਠੀ ਦਾ ਘਿਰਾਓ ਕੀਤਾ ਗਿਆ, ਕੀ ਕਹਿਣਾ ਚਾਹੁੰਦੇ? ਅੱਜ ਜਿਹੜਾ ਲੁਧਿਆਣੇ ਦੇ ਵਿੱਚ ਮੇਅਰ ਦੀ ਕੋਠੀ ਦਾ ਸਫਾਈ ਕਰਮਚਾਰੀਆਂ ਨੇ ਘਿਰਾਓ ਦਾ ਪ੍ਰੋਗਰਾਮ ਲਿਖਿਆ ਸੀ, ਤੇ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਅਰਨ ਭੱਟੀ ਜੀ, ਉਹਨਾਂ ਨੇ ਸਾਨੂੰ ਵੀ ਮੈਸੇਜ ਦਿੱਤਾ ਸੀ ਇਹ ਕਿ ਇੱਕ ਸਫਾਈ ਕਰਮਚਾਰੀਆਂ ਦਾ ਜਿਹੜਾ ਮੁੱਦਾ ਆ ਵੀ ਉਹਦਾ ਅਸੀਂ ਮੰਗ ਪੱਤਰ ਵੀ ਦੇ ਚੁੱਕੇ ਹਾਂ ਵੀ ਜਿਹੜੇ ਕੱਚੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਔਰ ਬਈ ਅਸੀਂ ਜਿਹੜਾ ਮੇਅਰ ਦੀ ਕੋਠੀ ਆ ਉਹਦਾ 19 ਤਰੀਕ ਨੂੰ ਘਿਰਾਓ ਕਰ ਰਹੇ ਹਾਂ, ਬਈ ਤੁਸੀਂ ਵੀ ਜ਼ਰੂਰ ਪਹੁੰਚਣਾ। ਔਰ ਜਦੋਂ ਅਸੀਂ ਇੱਥੇ ਪਹੁੰਚੇ ਔਰ ਪਹੁੰਚ ਕੇ ਦੇਖਿਆ ਕਿ ਜਿਹੜੇ ਸਫਾਈ ਕਰਮਚਾਰੀ ਆ ਇਹ ਇਕੱਲਾ ਲੁਧਿਆਣੇ ਦੇ ਵਿੱਚ ਨਹੀਂ ਤੇ ਮੋਹਾਲੀ ਦੇ ਵਿੱਚ ਵੀ ਤੇ 2-3 ਹੋਰ ਵੀ ਜ਼ਿਲ੍ਹੇ ਆ ਜਿੱਥੇ ਸਫਾਈ ਕਰਮਚਾਰੀਆਂ ਦਾ ਇਹ ਮੁੱਦਾ ਆ, ਔਰ ਜਿਹੜੇ ਇੰਨੀ ਦੇਰ ਤੋਂ ਸ਼ਹਿਰ ਦੀ ਗੰਦਗੀ ਨੂੰ ਚੁੱਕ ਰਹੇ ਨੇ ਔਰ 6500 ਰੁਪਏ ਤੇ ਉਹਨਾਂ ਤੋਂ ਕੰਮ ਕਰਵਾਇਆ ਜਾ ਰਿਹਾ, ਉਹ 6500 ਰੁਪਏ ਦੇ ਲਈ ਜਿਹੜਾ ਆ ਪਰਿਵਾਰ ਵੀ ਆਪਣਾ ਚਲਾ ਨਹੀਂ ਸਕਦੇ। ਤੇ ਕੈਪਟਨ ਸਰਕਾਰ ਨੂੰ ਤੇ ਇੱਥੇ ਦੇ ਮੇਅਰ ਨੂੰ ਚਾਹੀਦਾ ਬਈ ਉਹਨਾਂ ਲੋਕਾਂ ਨੂੰ ਜਿਹੜਾ ਕੱਚੇ ਇੰਨੀ ਦੇਰ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾ ਸਕੇ ਤੇ ਉਹਨਾਂ ਦਾ ਜਿਹੜਾ ਇਹ ਰੁਜ਼ਗਾਰ ਆ ਉਹ ਬਚ ਸਕੇ ਤੇ ਸ਼ਹਿਰ ਦੀ ਗੰਦਗੀ ਜਿਹੜੀ ਆ ਚੁੱਕ ਕੇ ਬਾਹਰ ਸੱਟਦੇ ਆ, ਸ਼ਹਿਰ ਦੇ ਤੁਹਾਨੂੰ ਸਾਫ਼ ਸੁਥਰਾ ਰੱਖ ਸਕੇ। ਜਿਸ ਤਰ੍ਹਾਂ ਕਿ ਹਜੇ ਤੱਕ ਇਹਨਾਂ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਔਰ ਕੋਈ ਵੀ ਸੁਣਵਾਈ ਨਹੀਂ ਹੋਈ, ਅੱਗੇ ਦੀ ਤੁਹਾਡੀ ਕੀ ਰਣਨੀਤੀ ਬਣਦੀ ਹੈ? ਦੇਖੋ, ਅੱਗੇ ਦੀ ਸਾਡੀ ਰਣਨੀਤੀ ਤਾਂ ਇਹ ਹੈ ਕਿ ਸਾਨੂੰ ਤਾਂ ਅੱਜ ਨਹੀਂ ਇੱਥੇ ਇਨਵਾਈਟ ਕੀਤਾ ਸੀਗਾ, ਔਰ ਧਰਨੇ ਦੀ ਕੋਈ ਬੇਨਤਬੰਦੀ ਹੁੰਦੀ ਆ, ਉਸ ਬੇਨਤਬੰਦੀ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਅੱਜ ਸ਼ਾਮਾਂ ਨੂੰ ਇਹ ਕਮੇਟੀ ਇਹਦੇ ਵਿੱਚੋਂ ਚੁਣੀ ਜਾਊਗੀ, ਔਰ ਸ਼ਾਮ ਨੂੰ ਇਹਦੇ ਵਿੱਚ ਕਮੇਟੀ ਜਿਹੜੀ ਆ ਇੱਕ ਬੇਨਤਬੰਦੀ ਬਣਾਵੇ, ਉਹ ਬੇਨਤਬੰਦੀ ਬਣਾ ਕੇ ਜਿਹੜਾ ਵੀ ਇਹ ਡਿਸੀਜਨ ਲੈਣਗੇ ਅਸੀਂ ਉਹਨਾਂ ਦੇ ਨਾਲ ਆ। ਜਦੋਂ ਵੀ ਸਾਨੂੰ ਬੁਲਾਉਣਗੇ ਅਸੀਂ ਨਾਲ ਖੜੇ ਆ, ਜਿੰਨਾ ਚਿਰ ਸਫਾਈ ਕਰਮਚਾਰੀਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ। ਜੈ ਭੀਮ, ਜੈ ਭਾਰਤ। ਸੋ ਜਿਸ ਤਰੀਕੇ ਕਿ ਤੁਹਾਨੂੰ ਅਸੀਂ ਦਿਖਾਇਆ ਕਿ ਅੱਜ ਦਾ ਜੋ ਇਹ ਮਾਹੌਲ ਸਫਾਈ ਕਰਮਚਾਰੀਆਂ ਨੂੰ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਦੇ ਲਈ ਜੋ ਅੱਜ ਲੁਧਿਆਣਾ ਮੇਅਰ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਆ, ਸੋ ਦੇਖਦੇ ਹਾਂ ਕਿ ਅੱਗੇ ਕੀ ਨਵੀਂ ਰਣਨੀਤੀ ਬਣਦੀ ਆ। ਸੋ ਇਸੇ ਤਰ੍ਹਾਂ ਤੁਸੀਂ ਨਵੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਔਰ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਦੇਵ ਇਜਾਜ਼ਤ, ਧੰਨਵਾਦ।